ਜਿਹੜੀ ਤੁਹਾਨੂੰ ਉੱਥੇ ਡੀਸੀ ਦਫ਼ਤਰ ਸੱਦਿਆ ਗਿਆ ਜ਼ਮੀਨ ਮਤੇ ਪਾਸ ਦੇ ਲਈ, ਤੇ ਕੀ ਸੀ ਪੂਰੀ ਕਹਾਣੀ? ਉਹਨਾਂ ਨੇ ਇਹ ਕਿਹਾ ਸੀ ਵੀ 200 ਕਿੱਲਾ ਸਾਨੂੰ ਚਾਹੀਦਾ ਨਰਸਰੀ ਵਾਸਤੇ, ਤੇ ਮਤੇ ਉਹਨਾਂ ਨੇ ਪਹਿਲਾਂ ਪਾ ਚੁੱਕੇ ਸੀ। ਸਾਡੇ ਕੋਲ ਉਹਨਾਂ ਨੇ ਸਾਈਨ ਕਰਵਾ ਲਏ ਆ, ਤੇ ਅਸੀਂ ਪੜ੍ਹ ਹੈਗੇ ਸਾਂ, ਅਸੀਂ ਨਾ ਪੜ੍ਹ ਕੇ ਵੇਖਿਆ ਹੀ ਵੀ ਕੀ ਇਹਨਾਂ ਨੇ ਲਿਖਿਆ ਕੀ ਨਹੀਂ। ਤੁਹਾਨੂੰ ਕਦੋਂ ਪਤਾ ਲੱਗਿਆ ਵੀ ਉਹਨਾਂ ਨੇ ਜਿਹੜੇ ਹੈਗੇ ਤੁਹਾਡੇ 407 ਕਿੱਲੇ ਜਿਹੜੇ ਹੈਗੇ ਅਕਵਾਇਰ ਕਰ ਲਏ? ਉਹ ਸਾਨੂੰ ਬਾਅਦ 'ਚ ਹੀ ਪਤਾ ਲੱਗਿਆ, ਥੋੜੇ ਦਿਨ ਹੀ ਹੋਇਆ ਕਿ 407 ਕਿੱਲਿਆਂ ਦਾ ਇਹਨਾਂ ਨੇ ਅਕਵਾਇਰ ਕਰ ਤੇ ਲਿਆ। ਤੁਸੀਂ ਕੋਈ ਕਾਰਵਾਈ ਨਹੀਂ ਕੀਤੀ? ਉੱਥੇ ਗਏ ਨਹੀਂ ਸੀ ਦਫ਼ਤਰ ਦੁਆਰਾ? ਨਹੀਂ, ਅਸੀਂ ਨਹੀਂ ਗਏ ਉੱਥੇ ਤੋਂ। ਕਿ 36 ਸਾਲਾਂ ਬਾਅਦ ਕਬਜ਼ਾ ਲਿਆ। ਅੱਜ 5 ਸਾਲ ਹੋ ਗਏ ਸਾਨੂੰ ਕਬਜ਼ਾ ਲੈਣ ਨੂੰ। ਹੁਣ ਆਹ ਸ਼ੋਸ਼ਾ ਡਾਟਾ ਦੀ ਤੁਹਾਡੀ ਜ਼ਮੀਨ ਅਕਵਾਇਰ ਹੋ ਗਈ। ਜਿਹੜੀ ਤੁਹਾਡੀ ਪੰਚਾਇਤ ਹੈ ਪਿੰਡ ਦੀ, ਉਸ ਦੇ ਉੱਤੇ ਵੀ ਕਾਫੀ ਉਂਗਲਾਂ ਉੱਠ ਰਹੀਆਂ ਨੇ ਕਿ ਅਨਪੜ੍ਹ ਪੰਚਾਇਤ ਹੈਗੀ ਹੈ। ਅਨਪੜ੍ਹ ਆ ਜੀ, ਇਸ ਤਰ੍ਹਾਂ ਨਹੀਂ ਛੱਡੇ ਜ਼ਮੀਨ, ਭਾਵੇਂ ਸਾਨੂੰ ਕੁਰਬਾਨੀ ਦੇਣੀ ਹੋਵੇ, ਮਰਨਾ ਪਏ। ਸਤਿ ਸ਼੍ਰੀ ਅਕਾਲ ਜੀ, ਰੰਗਲਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸਰਬਜੀਤ ਕੌਰ ਢੱਲੋਂ। ਇਸ ਵਕਤ ਅਸੀਂ ਮੌਜੂਦ ਹਾਂ ਸ਼ੇਖੋਵਾਲ ਪਿੰਡ ਦੇ ਵਿੱਚ, ਜਿਹੜੇ ਕਿ ਸਰਕਾਰ ਵੱਲੋਂ ਜਿਹੜੀ ਜ਼ਮੀਨ ਹੈ ਅਕਵਾਇਰ ਕਰ ਲਈ ਗਈ ਹੈ ਇੰਡਸਟਰੀਅਲ ਪਾਰਕ ਦੇ ਲਈ। ਪਹਿਲਾਂ ਰੌਲਾ ਸੀ ਕਿ ਜਿਹੜਾ ਹੈਗਾ ਮੱਤੇਵਾੜਾ ਜਿਹੜਾ ਜੰਗਲ ਹੈ ਉਸ ਦੀ ਜ਼ਮੀਨ ਅਕਵਾਇਰ ਕੀਤੀ ਗਈ, ਪਰ ਜਿਹੜਾ ਅਸਲ ਸੱਚ ਸਾਹਮਣੇ ਆਇਆ ਹੈ ਉਹ ਇਹ ਹੈ ਕਿ ਜਿਹੜਾ ਸ਼ੇਖੋਵਾਲ ਪਿੰਡ ਹੈ, ਇਸ ਪਿੰਡ ਦੀ ਜਿਹੜੀ ਜ਼ਮੀਨ ਹੈਗੀ ਹੈ, ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ, ਜਿਹੜੀ ਜ਼ਮੀਨ ਹੈਗੀ ਹੈ, ਇਹ ਜ਼ਮੀਨ ਜਿਹੜੀ ਹੈਗੀ ਸਰਕਾਰ ਦੇ ਵੱਲੋਂ, ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਅਕਵਾਇਰ ਕੀਤੀ ਗਈ ਹੈਗੀ ਹੈ ਇੰਡਸਟਰੀਅਲ ਪਾਰਕ ਦੇ ਲਈ। ਤੇ ਤੁਸੀਂ ਦੇਖ ਸਕਦੇ ਹੋ ਕਿ ਫਿਲਹਾਲ ਦੀ ਘੜੀ ਜਿਹੜੇ ਲੋਕਾਂ ਨੇ ਇੱਥੇ ਝੋਨਾ ਲਗਾਇਆ ਗਿਆ ਹੈ, ਪਰ ਜਦੋਂ ਹੀ ਮਤਾ ਤਾਂ ਪਾਸ ਕਰ ਦਿੱਤਾ ਗਿਆ, ਪਰ ਜਦੋਂ ਹੀ ਇਸ ਜਿਹੜੀ ਹੈਗੀ ਮਤੇ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ ਤੇ ਸਾਰਾ ਜਿਹੜਾ ਹੈਗਾ ਏਰੀਆ ਜਿਹੜਾ ਇੰਡਸਟਰੀਅਲ ਪਾਰਕ ਦੇ ਵਿੱਚ ਬਦਲ ਦਿੱਤਾ ਜਾਵੇਗਾ। ਤੇ ਅਸੀਂ ਇਸ ਵਕਤ ਪਿੰਡ ਦੇ ਵਿੱਚ ਮੌਜੂਦ ਹਾਂ। ਪਿੰਡ ਦੀ ਪੰਚਾਇਤ ਮੈਂਬਰਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਹੈ ਉਹਨਾਂ ਦਾ ਇਸ ਬਾਰੇ, ਕਿ ਜਿਹੜੀ ਜ਼ਮੀਨ ਹੈ ਇੰਡਸਟਰੀਅਲ ਪਾਰਕ ਦੇ ਲਈ ਜਿਹੜੀ ਹੈਗੀ ਅਕਵਾਇਰ ਕੀਤੀ ਗਈ ਹੈ, ਉਹਨਾਂ ਦਾ ਕੀ ਕਹਿਣਾ ਇਸ ਬਾਰੇ। ਸੋ ਇਸ ਵਕਤ ਸਾਡੇ ਨਾਲ ਮੌਜੂਦਾ ਸਰਪੰਚ ਤੇ ਸਾਬਕਾ ਸਰਪੰਚ ਇਸ ਪਿੰਡ ਦੇ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਆਂਟੀ ਜੀ, ਦੱਸੋ ਜਿਹੜਾ ਤੁਹਾਡੇ ਪਿੰਡ ਦੀ ਜ਼ਮੀਨ ਅਕਵਾਇਰ ਕੀਤੀ ਗਈ ਹੈਗੀ ਹੈ ਇੰਡਸਟਰੀਅਲ ਪਾਰਕ ਦੇ ਲਈ, ਕੀ ਸੀਗਾ? ਤੁਸੀਂ ਦੱਸਿਆ ਪਹਿਲਾਂ ਵੀ ਕਿ ਜਿਹੜੀ ਤੁਹਾਨੂੰ ਉੱਥੇ ਡੀਸੀ ਦਫ਼ਤਰ ਸੱਦਿਆ ਗਿਆ ਜ਼ਮੀਨ ਮਤੇ ਪਾਸ ਦੇ ਲਈ, ਤੇ ਕੀ ਸੀ ਪੂਰੀ ਕਹਾਣੀ? ਉਹਨਾਂ ਨੇ ਇਹ ਕਿਹਾ ਸੀ ਵੀ 200 ਕਿੱਲਾ ਸਾਨੂੰ ਚਾਹੀਦਾ ਨਰਸਰੀ ਵਾਸਤੇ, ਤੇ ਮਤੇ ਉਹਨਾਂ ਨੇ ਪਹਿਲਾਂ ਪਾ ਚੁੱਕੇ ਸੀ। ਸਾਡੇ ਕੋਲ ਉਹਨਾਂ ਨੇ ਸਾਈਨ ਕਰਵਾ ਲਏ ਆ, ਤੇ ਅਸੀਂ ਪੜ੍ਹ ਹੈਗੇ ਸਾਂ, ਅਸੀਂ ਨਾ ਪੜ੍ਹ ਕੇ ਵੇਖਿਆ ਹੀ ਵੀ ਕੀ ਇਹਨਾਂ ਨੇ ਲਿਖਿਆ ਕੀ ਨਹੀਂ। ਤੇ ਇਹਦੇ ਵਿੱਚ ਕਹਿੰਦੇ ਸੀ ਵੀ ਪੰਚਾਇਤ ਦੇ ਖਾਤੇ ਪੈਸੇ ਆਉਣਗੇ ਵੀ ਤੁਸੀਂ ਸਾਈਡ ਤੇ ਜ਼ਮੀਨ ਖਰੀਦ ਸਕਦੇ ਜੋ। ਤੇ ਕਿੰਨੀ ਕੁ ਜਿਹੜੀ ਜ਼ਮੀਨ ਹੁਣ ਅਕਵਾਇਰ ਕੀਤੀ ਗਈ ਹੈ? ਤੁਸੀਂ ਦੱਸ ਰਹੇ ਹੋ ਪਹਿਲਾਂ ਤੁਹਾਨੂੰ 200 ਕਿੱਲੇ ਦੱਸੇ ਗਏ ਸੀ, ਹੁਣ ਕਿੰਨੀ ਜ਼ਮੀਨ ਜਿਹੜੀ ਸਰਕਾਰ ਵੱਲੋਂ ਅਕਵਾਇਰ ਕੀਤੀ ਗਈ ਹੈ? 407। 407। ਪੂਰੇ ਟੋਟਲ ਕਿੰਨੇ ਕਿੱਲੇ ਨੇ ਇੱਥੇ? 500 ਤੋਂ ਉੱਪਰ ਹੀ ਆ। ਕੁਝ ਦਰਿਆ ਦੇ ਵਿੱਚ ਪਾਪੂਏ ਸਾਰੇ 500। ਅੱਛਾ ਜੀ, ਹਾਂਜੀ ਠੀਕ ਹੈ। ਉਹਨਾਂ ਨੇ ਤੁਹਾਨੂੰ ਪਹਿਲਾਂ ਜਦੋਂ ਤੁਸੀਂ ਸਾਈਨ ਕਰਨ ਗਏ ਸੀ, ਪੂਰੀ ਪੰਚਾਇਤ ਮੈਂਬਰ ਗਏ ਸੀ? ਹਾਂਜੀ ਪੂਰੇ ਪਿੰਡ ਦੇ ਹੋਰ ਮੈਂਬਰ ਵੀ ਸੀ? ਨਹੀਂ, ਪੂਰੀ ਪੰਚਾਇਤ ਹੀ ਗਈ ਸਾਰੇ। ਅੱਛਾ ਜੀ। ਤੇ ਕੀ ਕਿਹਾ ਸੀ ਉਹਨਾਂ ਨੇ ਕਿ ਤੁਹਾਨੂੰ ਕਿਸ ਦਸਤਾਵੇਜ਼ ਦੇ ਉੱਤੇ ਸਾਈਨ ਕਰਵਾ ਰਹੇ ਨੇ? ਉਹਨਾਂ ਨੇ ਇਹੋ ਕਿਹਾ ਸੀ ਵੀ ਸਾਨੂੰ ਇੰਨੇ ਕਿੱਲੇ ਚਾਹੀਦੇ, 200 ਕਿੱਲਾ ਚਾਹੀਦਾ ਵਾ। ਫਿਰ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਉਹਨਾਂ ਨੇ ਜਿਹੜੇ ਹੈਗੇ ਤੁਹਾਡੇ 407 ਕਿੱਲੇ ਜਿਹੜੇ ਹੈਗੇ ਅਕਵਾਇਰ ਕਰ ਲਏ? ਉਹ ਸਾਨੂੰ ਬਾਅਦ 'ਚ ਹੀ ਪਤਾ ਲੱਗਿਆ, ਥੋੜੇ ਦਿਨ ਹੀ ਹੋਇਆ ਵੀ 407 ਕਿੱਲਿਆਂ ਦਾ ਇਹਨਾਂ ਨੇ ਅਕਵਾਇਰ ਕਰ ਲਿਆ। ਤੁਸੀਂ ਕੋਈ ਕਾਰਵਾਈ ਨਹੀਂ ਕੀਤੀ? ਉੱਥੇ ਗਏ ਨਹੀਂ ਸੀ ਦਫ਼ਤਰ ਦੁਆਰਾ? ਨਹੀਂ, ਅਸੀਂ ਨਹੀਂ ਗਏ ਉੱਥੇ ਦਫ਼ਤਰ। ਤੇ ਕਿੰਨੇ ਕੁ ਪਿੰਡ ਨੇ ਇਸ ਕਿੰਨੇ ਕੁ ਘਰ ਨੇ ਜਿਹੜੇ ਹੈਗੇ ਇੱਥੇ ਰੋਜ਼ਗਾਰ ਕਮਾ ਰਹੇ ਨੇ, ਆਪਣਾ ਜਿਹੜਾ ਰੋਜ਼ਗਾਰ ਚਲਾ ਰਹੇ ਨੇ ਇਸ ਜ਼ਮੀਨ? 70-75 ਘਰ ਆ। ਅੱਛਾ ਜੀ। ਹਾਂਜੀ, ਤੇ ਹਾਂਜੀ, ਇੱਥੋਂ ਹੀ ਰੋਟੀ ਕਮਾ ਕੇ ਖਾਂਦੇ, ਗਰੀਬ ਪਿੰਡ ਆ ਸਾਰਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਤੁਸੀਂ ਸਾਬਕਾ ਸਰਪੰਚ ਹੋ ਇਸ ਪਿੰਡ ਦੇ, ਹਾਂਜੀ, ਕੀ ਕਹਿਣਾ ਹੈ? ਤੁਹਾਡੀ ਜ਼ਮੀਨ ਜਿਹੜੀ ਸਰਕਾਰ ਦੇ ਵੱਲੋਂ ਅਕਵਾਇਰ ਕਰ ਲਈ ਗਈ ਹੈ, ਤੁਹਾਨੂੰ ਪਹਿਲਾਂ 200 ਕਿੱਲੇ ਦੱਸੇ ਗਏ ਤੇ ਬਾਅਦ ਦੇ ਵਿੱਚ ਦਸਤਾਵੇਜ਼ ਦੇ ਉੱਤੇ 407 ਕਿੱਲੇ ਦੱਸਦੇ, ਤੇ ਕੀ ਤੁਹਾਨੂੰ ਲੱਗਦਾ ਕਿ ਧੱਕੇਸ਼ਾਹੀ ਹੋਈ ਤੁਹਾਡੇ ਨਾਲ? ਧੱਕੇਸ਼ਾਹੀ, ਸਿੱਧੀ ਧੱਕੇਸ਼ਾਹੀ ਆ ਜੀ ਇਹ। ਪਹਿਲਾਂ ਤਾਂ 200 ਕਿੱਲਾ ਦੱਸਦੇ ਸੀ, ਮੁੜ ਕੇ ਬਾਅਦ 'ਚ ਇਹ ਥੋੜਾ ਡਾਟਾ ਵੀ ਸਾਡੀ ਸਾਰੀ 407 ਕਿੱਲੇ ਅਕਵਾਇਰ ਕਰ ਦਿੱਤੀ ਆ। ਇੱਥੇ ਜ਼ਮੀਨ 'ਤੇ ਲੋਕ ਰੋਟੀ ਖਾਂਦੇ ਆ, ਹੋਰ ਕੋਈ ਸਾਧਨ ਨਹੀਂ। ਕੁਝ ਅਸੀਂ ਭਾਈ ਦਲਿਤ ਭਾਈਚਾਰਾ ਇੱਥੇ ਆ, 70-75 ਘਰ ਆ, ਹੋਰ ਕੋਈ ਵੀ ਸਾਧਨ ਨਹੀਂ, ਨਾ ਕੋਈ ਕਮਾਈ ਆ। ਪਹਿਲਾਂ 36 ਸਾਲ ਅਸੀਂ ਕਿਸੇ 'ਤੇ ਕਿਸੇ ਮਹਿਕਮੇ ਦੀ ਨਹੀਂ ਡੁੱਕੀ ਲੱਗੀ, ਜਾਂ ਕਿਸੇ ਬਲਾਕ ਮਹਿਕਮੇ ਦਾ ਲੱਗਾ ਹੋਵੇ ਪੈਸਾ ਲੱਗਾ ਤੇ ਪਿੰਡ ਦੇ ਲੋਕਾਂ ਦਾ ਲੱਗਾ। ਉਦੋਂ ਪੈਸਾ ਲਾਉਣ ਵਾਸਤੇ ਤਾਂ ਕੋਈ ਮਹਿਕਮਾ ਨਹੀਂ, ਕੋਈ ਕੁਛ ਨਹੀਂ।
ਹੁਣ ਸਰਕਾਰ ਦੇ ਵੀ ਕੰਨ ਖੜੇ ਹੋ ਗਏ ਵੀ ਇਹ ਜ਼ਮੀਨ ਇੰਨੀ ਸ਼ੇਖੋਵਾਲ ਦੀ ਹੈਗੀ ਆ ਜੀ। ਮਰ ਗਿਆ ਸੀ ਲੋਕਾਂ ਕੋ 10-10 20-20 ਰੁਪਏ ਲੈ ਕੇ ਕਦੀ ਕਿਸੇ ਕੋ ਮੰਗਤਿਆਂ ਨੂੰ, ਕਦੀ ਕਿਸੇ ਕੋ ਸੁਪਰੀਮ ਕੋਰਟ ਤੱਕ ਕਈ ਕੇਸ ਲੜੇ, ਹਾਈ ਕੋਰਟ ਪਟਿਆਲਾ ਨਹੀਂ ਛੱਡਿਆ, ਲੁਧਿਆਣਾ ਸਾਰੇ ਕੇ 36 ਸਾਲਾਂ ਬਾਅਦ ਕਬਜ਼ਾ ਲਿਆ। ਅੱਜ 5 ਸਾਲ ਹੋ ਗਏ ਸਾਨੂੰ ਕਬਜ਼ਾ ਲਿਆ ਨੂੰ। ਹੁਣ ਆਹ ਸ਼ੋਸ਼ਾ ਡਾਟਾ ਦੀ ਤੁਹਾਡੀ ਜ਼ਮੀਨ ਰਿਕਵਾਇਰ ਹੋ ਗਈ ਵੀ ਲੋਕ ਕਿੱਥੇ, ਪਰਜਾ ਕਿੱਥੇ ਜਾਊਗੀ? ਸਰਕਾਰਾਂ ਬੜੀਆਂ ਲੋਕਾਂ ਨੂੰ ਬਚਾਉਣ ਲਈ, ਪਰਜਾ ਜੇ ਸੁਖੀ ਹੋਊ ਤੇ ਤਾਂ ਸਰਕਾਰ ਸੁਖੀ। ਜੇ ਸਰਕਾਰ ਚਾਹੁੰਦੀ ਹੈ ਲੁੱਟ ਕੇ ਇਹਨਾਂ ਨੂੰ ਪੰਚਾਇਤਾਂ ਦੀ ਜ਼ਮੀਨ ਹੋਰ ਕਿਤੇ ਲਾਂਭੇ ਚਾਂਭੇ ਜ਼ਮੀਨ ਰਜਿਸਟਰੀਆਂ ਦੀਆਂ ਜ਼ਮੀਨਾਂ ਲੈ ਕੇ ਕਰ ਦੇਣ। ਇਹ ਆਂਦਾ ਵੀ ਪੰਚਾਇਤਾਂ ਨੂੰ ਯਾਦ ਦਿਓ। ਉਹ ਆਂਦੇ ਅਸੀਂ ਵੋਟਾਂ ਵਾਲੀ ਆਂਦਾ ਵੀ ਸਾਨੂੰ ਇੰਨੇ ਉਹਦੇ ਤੇ ਪੈਰਾਂ ਥੱਲੇ ਹੱਥ ਰੱਖਦੇ ਆ ਤੇ ਜ਼ਮੀਨ ਆਂਦੇ ਵੀ ਲੋਕਾਂ ਨੂੰ ਭੁੱਖੇ ਮਰਨੇ। ਰਾਜੇ ਕਾਹਦੇ ਮਹਾਰਾਜੇ ਆ? ਤੇ ਅੰਕਲ ਜੀ ਤੁਹਾਡੀ ਜਿਹੜੀ ਜ਼ਮੀਨ 407 ਕਿੱਲੇ ਤੁਹਾਡੀ ਅਕਵਾਇਰ ਕਰ ਲਈ ਹੈਗੀ ਇੰਡਸਟਰੀਅਲ ਪਾਰਕ ਦੇ ਲਈ, ਹੈਨਾ? ਤੇ ਤੁਹਾਨੂੰ ਜਿਹੜਾ ਹੈਗਾ ਇਸ ਗੱਲ ਦੀ ਥੋੜੀ ਜਿਹੀ ਭਣਕ ਵੀ ਨਹੀਂ ਸੀਗੀ ਕਿ ਤੁਸੀਂ ਕਿ ਇਹ ਜਿਹੜੀ ਹੈਗੀ 200 ਕਿੱਲੇ ਦੱਸ ਕੇ ਤੇ 407 ਕਿੱਲੇ ਕਰ ਲਏ ਇਹਨਾਂ ਨੇ ਅਕਵਾਇਰ? ਸਾਨੂੰ ਭਣਕ ਉਦੋਂ ਪਤਾ ਲੱਗਾ ਜਦੋਂ ਦੱਸਤਾ ਜੀ ਇਹ 407 ਕਿੱਲੇ ਤੁਹਾਡੇ ਰਿਕਵਾਇਰ ਹੋ ਗਏ ਆ। ਅਸੀਂ ਤੇ ਆਖਿਆ 500 ਕਿੱਲਾ ਚਲੋ ਹੈਗੀ ਆ, ਪਿੰਡ ਵੀ ਵਸਦਾ ਰਹਿ ਜੂ। ਇਹ ਇਹਨਾਂ ਦਾ ਵਿਸ਼ਾਲ ਰੁਜਰੀ ਆ, ਸਰਕਾਰ ਤੇ ਖੁਸ਼ ਹੋ ਜਾਣਗੇ। ਸਾਨੂੰ ਕੀ ਪਤਾ ਹੈ ਵੀ ਇਹਨਾਂ ਸਾਡਾ ਪੱਠਾ ਹੀ ਗੋਲ ਕਰ ਦੇਣਾ। ਪਿੰਡ ਕਿੱਥੇ ਜਾਊਗਾ? ਪੰਚਾਇਤ ਜਿਹੜੀ ਤੁਹਾਡੀ ਪੰਚਾਇਤ ਹੈ ਪਿੰਡ ਦੀ, ਉਸ ਦੇ ਉੱਤੇ ਵੀ ਕਾਫੀ ਉਂਗਲਾਂ ਉੱਠ ਰਹੀਆਂ ਨੇ ਕਿ ਅਨਪੜ੍ਹ ਪੰਚਾਇਤ ਹੈਗੀ ਹੈ। ਅਨਪੜ੍ਹ ਆ ਜੀ। ਨਹੀਂ, ਪਰ ਜਦੋਂ ਆਪਾਂ ਕਿਸੇ ਵੀ ਦਸਤਾਵੇਜ਼ ਤੇ ਸਾਈਨ ਕਰਨ ਲੱਗਦੇ ਆ ਤੇ ਅਸੀਂ ਪਹਿਲਾਂ ਪੁੱਛਦੇ ਆ ਵੀ ਅਸੀਂ ਸਾਨੂੰ ਪੜ੍ਹ ਕੇ ਦੱਸੋ ਕਿ ਕੀ ਲਿਖਿਆ ਦੇਖੋ ਹੋਇਆ। ਜੀ, ਡੀਸੀ ਸਾਹਿਬ ਵੀ ਜੋ ਸਰਕਾਰ ਨੇ ਆਖਣਾ ਡੀਸੀ ਸਾਹਿਬ ਨੇ ਕਰਨਾ। ਵੀਡੀਓ ਆ, ਡੀਡੀਪੀਓ ਆ, ਜੋ ਸਰਕਾਰ ਕਰੂ ਡੀਡੀਪੀਓ ਦੀ ਵੀ ਕੋਈ ਪੇਸ਼ ਨਹੀਂ ਜਾਣੀ ਵੀ ਸਰਕਾਰ ਨਾ ਕਰੇ। ਪੰਚਾਇਤ ਨੂੰ ਬੇਵਕੂਫ ਬਣਾ ਕੇ ਨਾ ਮਤੇ ਪਾ ਲੇ ਤੇ ਚਲੋ 200 ਕਿੱਲਾ ਆ ਕੇ ਤੇ 400 ਕਿੱਲਾ ਕਰ ਲਿਆ, ਚਲੋ ਜੀ ਤੁਸੀਂ ਵਿਹਲਾ ਹੋ ਜੇ ਪਿੰਡ। ਤੇ ਅਸੀਂ ਦੇਖ ਰਹੇ ਹਾਂ ਕਿ ਹੁਣ ਝੋਨਾ ਲਗਾਇਆ ਗਿਆ ਹੈਗਾ ਖੇਤਾਂ ਦੇ ਵਿੱਚ। ਨੋ ਡਾਊਟ ਇਹ ਤਾਂ ਕਲੀਅਰ ਹੈਗਾ ਕਿ ਜਿਹੜਾ ਤੁਸੀਂ ਭਈਆਂ ਨੂੰ ਮਿਹਨਤ ਦਿੱਤੀ ਹੋਏਗੀ, ਤੇ ਤੁਹਾਨੂੰ ਨਹੀਂ ਲੱਗਦਾ ਜੇ ਹੁਣ ਸਰਕਾਰ ਇੱਕਦਮ ਹੀ ਆਪਣਾ ਮਤਾ ਜਿਹੜਾ ਅਮਲ 'ਚ ਲਿਆ ਦਿੰਦੀ ਹੈ ਤਾਂ ਤੁਹਾਡਾ ਜਿਹੜਾ ਖੇਤ ਹੈ ਸਾਰੇ ਉਜਾੜ ਦਿੱਤੇ ਜਾਣਗੇ? ਸਰਕਾਰ ਜਾਰੂ ਤੇ ਸਾਨੂੰ ਮਾਰ ਕੇ ਜਾਰੂ, ਇਸ ਤਰ੍ਹਾਂ ਨਹੀਂ ਜਾ ਸਕਦੀ। ਇੱਥੇ ਵਿਛਾ ਦੇਣਗੇ, ਢੇਰੀਆਂ ਲਾ ਦੇਣਗੇ ਤੇ ਤਾਂ ਜ਼ਮੀਨ ਵਾਉਣਗੇ। ਇਸ ਤਰ੍ਹਾਂ ਨਹੀਂ ਛੱਡਦੇ ਜ਼ਮੀਨ, ਭਾਵੇਂ ਸਾਨੂੰ ਕੁਰਬਾਨੀ ਦੇਣੀ ਉਹ ਮਰਨਾ ਪਏ। ਪਰ ਸਾਈਨ ਤਾਂ ਤੁਸੀਂ ਕਰ ਦਿੱਤੇ, ਉਹਨਾਂ ਨੇ ਤਾਂ ਕਹਿਣਾ ਸੀ ਸਾਈਨ ਤਾਂ ਤੁਹਾਡੇ ਕੋਲ ਕਰਵਾਏ। ਕੋਈ ਗੱਲ ਨਹੀਂ, ਸਾਈਨ ਕਰ ਦਿੱਤੇ ਆ ਤੇ ਜ਼ਮੀਨ ਜਦੋਂ ਲਊਗੇ ਫਿਰ ਪਤਾ ਲੱਗੂ। ਸਾਈਨ ਜੇ ਧੋਖੇ ਨਾ ਕਰਾ ਲਿਓ ਤੇ ਇਹਦਾ ਮਤਲਬ ਇਹ ਤੇ ਜ਼ਮੀਨ ਹੀ ਖੋਹ ਲੈਣਗੇ। ਕੀ ਮੰਗ ਕਰਦੇ ਹੋ? ਕੀ ਤੁਹਾਡਾ ਅਗਲਾ ਸਟੈਪ ਹੋਏਗਾ ਜੇ ਬਾਈ ਚਾਂਸ ਇੱਥੇ ਆ ਜਾਂਦੇ ਨੇ, ਇੰਡਸਟਰੀਅਲ ਪਾਰਕ ਬਣਾਉਣੀ ਸਟਾਰਟ ਕਰ ਦਿੰਦੇ ਨੇ? ਕੀ ਤੁਹਾਡਾ ਸਟੈਪ ਹੋਏਗਾ? ਮੰਗ ਇਹ ਹੋਊਗੀ ਵੀ ਜੇ ਤੇ 200 ਕਿੱਲਾ ਲੈਣਾ ਤੇ ਲੈ ਲਓ, ਸਾਰੀ ਜ਼ਮੀਨ ਨਹੀਂ ਦਿੱਤੀ ਜਾਏਗੀ। ਸੋ ਇਸ ਵਕਤ ਸਾਡੇ ਨਾਲ ਇਸ ਹਲਕੇ ਦੇ ਲੋਕ ਸੰਘਰਸ਼ ਕਮੇਟੀ ਦੇ ਕਨਵੀਨਰ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਜਿਹੜੀ ਇਹ ਜ਼ਮੀਨ ਇਸ ਪਿੰਡ ਦੀ ਅਕਵਾਇਰ ਕੀਤੀ ਗਈ ਹੈਗੀ ਹੈ, ਤੁਸੀਂ ਇਹਨਾਂ ਦੇ ਨਾਲ ਹੋ ਜਿਹੜੇ ਇਹ ਕਹਿ ਰਹੇ ਨੇ ਕਿ ਅਸੀਂ ਸੰਘਰਸ਼ ਵਿੱਢਾਂਗੇ? ਅਸੀਂ ਲੋਕ ਸੰਘਰਸ਼ ਕਮੇਟੀ ਹਲਕਾ ਸਾਹਨੇਵਾਲ ਪਹਿਲਾਂ ਤੋਂ ਹੀ ਜਿੱਥੇ ਕਿਤੇ ਸਰਕਾਰਾਂ ਚਾਹੇ ਕਿਸੇ ਵੀ ਰੰਗ ਦੀਆਂ ਹੋਣ, ਜਦੋਂ ਕਿਤੇ ਲੋਕਾਂ ਦੇ ਹੱਕਾਂ ਹਕੂਕਾਂ ਤੇ ਛਾਪੇ ਮਾਰਦੀਆਂ, ਲੋਕਾਂ ਨੂੰ ਦੁਖੀ ਕਰਦੀਆਂ ਨੇ, ਲੋਕਾਂ ਨੂੰ ਉਜਾੜਦੀਆਂ ਨੇ, ਲੋਕ ਸੰਘਰਸ਼ ਕਮੇਟੀ ਹਮੇਸ਼ਾ ਹੀ ਲੋਕਾਂ ਨਾਲ ਖੜੀ ਆ। ਅਸੀਂ ਭਾਵੇਂ ਇੱਥੇ ਨਸ਼ੇ ਦਾ ਸਵਾਲ ਹੋਵੇ, ਭਾਵੇਂ ਆਬਾਦਕਾਰਾਂ ਨੂੰ ਉਜਾੜਨ ਦਾ ਸਵਾਲ ਹੋਵੇ, ਭਾਵੇਂ ਹੁਣ ਸੇਖੋਵਾਲ ਨੂੰ ਉਜਾੜਨ ਦਾ ਸਵਾਲ, ਸੇਖੋਵਾਲ ਤੇ ਦੂਸਰੇ ਪਿੰਡ ਨੇ ਜਿਹੜੇ ਸੇਲਮਪੁਰ ਵਗੈਰਾ, ਉਹਨਾਂ ਨੂੰ ਉਜਾੜਨ ਦਾ ਸਵਾਲ ਆਇਆ, ਲੋਕ ਸੰਘਰਸ਼ ਕਮੇਟੀ ਲੋਕਾਂ ਨੂੰ ਨਾਲ ਲੈ ਕੇ ਹੀ ਇਹਨਾਂ ਦੇ ਅੰਗ ਸੰਗ ਰਹੇਗੀ। ਅਸੀਂ ਇਸ ਪਿੰਡ ਦੇ ਨਾਲ ਪਹਿਲਾਂ ਤੋਂ ਜੁੜੇ ਹੋਏ ਹਾਂ। ਇਸ ਪਿੰਡ ਵਿੱਚ ਸਾਰਾ ਦਲਿਤ ਭਾਈਚਾਰਾ ਰਹਿੰਦਾ। ਸਰਕਾਰਾਂ ਦਾਅਵੇ ਕਰਦੀਆਂ ਦਲਿਤਾਂ ਦੇ, ਨਾਅਰੇ ਮਾਰਦੀਆਂ ਦਲਿਤਾਂ ਦੇ, ਅਸੀਂ ਦਲਿਤਾਂ ਲਈ ਜੇ ਕਰਾਂਗੇ ਉਹ ਕਰਾਂਗੇ, ਗਰੀਬਾਂ ਨੂੰ ਉੱਚਾ ਚੁੱਕ ਦਿਆਂਗੇ। ਪਰ ਆਹ ਦੇਖਣ ਤੇ ਦੁੱਖ ਦੀ ਗੱਲ ਆ ਵੀ ਇੱਥੇ ਦਲਿਤਾਂ ਨੂੰ ਹੀ ਉਜਾੜਿਆ ਜਾ ਰਿਹਾ। ਇਹ ਗੱਲ ਬਰਦਾਸ਼ਤ ਨਹੀਂ ਕੀਤੀ ਜਾਊਗੀ। ਅਸੀਂ ਸਰਕਾਰਾਂ ਜਿਹੜੀਆਂ ਜੁਮਲੇਬਾਜ਼ੀ ਕਰਦੀਆਂ ਨੇ, ਚਾਹੇ ਉਹ ਸੈਂਟਰ ਦੀ ਮੋਦੀ ਸਰਕਾਰ ਹੋਵੇ, ਚਾਹੇ ਪੰਜਾਬ ਦੀ ਕਾਂਗਰਸ ਸਰਕਾਰ ਹੋਵੇ, ਇਹ ਜੁਮਲੇਬਾਜ਼ਾਂ ਦੇ ਖਿਲਾਫ ਅਸੀਂ ਡਟ ਕੇ ਲੜਾਂਗੇ। ਇਹ ਧੱਕਾ ਨਹੀਂ ਹੋਣ ਦੇਵਾਂਗੇ। ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜੇ ਸਰਕਾਰ ਨੇ ਜਿਵੇਂ ਪੰਚਾਇਤ ਨੂੰ ਪਹਿਲਾਂ ਕਿਹਾ 200 ਏਕੜ ਜ਼ਮੀਨ ਚਾਹੀਦੀ ਆ, 200 ਏਕੜ ਜ਼ਮੀਨ ਸਰਕਾਰ ਲਵੇ, ਸਰਕਾਰ ਸਾਰੀ ਵੀ ਲੈ ਸਕਦੀ ਆ। ਸਾਨੂੰ ਇਸ ਗੱਲ ਤੇ ਕੋਈ ਗਿਲਾ ਨਹੀਂ। ਜੇ ਸਰਕਾਰ ਜ਼ਮੀਨ ਲੈਣਾ ਚਾਹੁੰਦੀ ਆ ਲਵੇ, ਪਰ ਲੋਕਾਂ ਦਾ ਜਿਹੜਾ ਮੁੜ ਵਸੇਬੇ ਦਾ ਪ੍ਰਬੰਧ ਆ
ਉਹ ਸਰਕਾਰ ਪ੍ਰਬੰਧ ਕਰੇ। ਘੱਟੋ ਘੱਟ ਇਹਨਾਂ ਲੋਕਾਂ ਨੂੰ ਇਹਦੇ ਬਦਲਵੇਂ ਰੂਪ ਵਿੱਚ ਜ਼ਮੀਨ ਦਿੱਤੀ ਜਾਵੇ, ਜਿਹਦੇ ਨਾਲ ਇਹ ਲੋਕ, ਗਰੀਬ ਲੋਕ ਨੇ ਜਿਹੜੇ, ਆਪਣੇ ਬੱਚੇ ਪਾਲ ਸਕਣ, ਆਪਣੇ ਬੱਚਿਆਂ ਨੂੰ ਪੜ੍ਹਾ ਸਕਣ, ਉਹਨਾਂ ਦਾ ਵਿਆਹ ਸ਼ਾਦੀਆਂ ਕਰ ਸਕਣ, ਉਹਨਾਂ ਦਾ ਰੁਜ਼ਗਾਰ ਚਲਾ ਸਕਣ। ਕਿਉਂਕਿ ਇੱਥੇ ਰੁਜ਼ਗਾਰ ਦਾ ਸਾਧਨ ਕੋਈ ਨਹੀਂ। ਸਤਲੁਜ ਦੇ ਕੰਢੇ ਤੇ ਬੈਠੇ ਆ, ਇਹ ਸਤਲੁਜ ਦੇ ਕੰਢੇ ਤੇ ਜ਼ਮੀਨ ਬੜੀ, ਸਾਰਿਆਂ ਨੂੰ ਪਤਾ ਵੀ ਇਹ ਜ਼ਮੀਨ ਜਿਹੜੀ ਆ ਬੜੀ ਔਖੀ ਆਬਾਦ ਕੀਤੀ ਆ। ਇੱਥੇ ਕਾਹੀਆਂ ਦੇ ਬੂਝੇ ਪੱਟ ਕੇ, ਬੜੇ ਬੜੇ ਜੰਗਲ ਨੂੰ ਪੱਟ ਕੇ ਇਹ ਜ਼ਮੀਨ ਨੂੰ ਆਬਾਦ ਕੀਤਾ। ਹੁਣ ਲੋਕਾਂ ਨੂੰ ਉਜੜਨ ਦਾ ਨਹੀਂ ਦਿੱਤਾ ਜਾਊਗਾ। ਸਰਕਾਰਾਂ ਦਾ ਕੰਮ ਵੀ ਆ ਲੋਕਾਂ ਨੂੰ ਵਸਾਉਣਾ, ਨਾ ਕਿ ਲੋਕਾਂ ਨੂੰ ਉਜਾੜਨਾ। ਇਹ ਸਰਕਾਰ ਲੋਕਾਂ ਨੂੰ ਉਜਾੜ ਰਹੀ ਆ। ਅਸੀਂ ਕੈਪਟਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਪਿਛਲੇ ਸਮੇਂ ਦੇ ਅੰਦਰ ਇੱਥੇ ਅਕਾਲੀ ਪਾਰਟੀ ਨੇ ਦੀ ਸਰਕਾਰ ਨੇ, ਬਾਦਲ ਸਾਹਿਬ ਦੀ ਸਰਕਾਰ ਨੇ ਇੱਥੇ ਜਿਹੜਾ ਰੇਸ ਕੋਰਸ ਬਣਾਉਣ ਦੀ ਯਤਨ ਕੀਤਾ ਸੀ, ਉਹ ਰੇਸ ਕੋਰਸ ਵਿੱਚੇ ਰਹਿ ਗਿਆ। ਲੋਕਾਂ ਨੇ ਉਸ ਸਮੇਂ ਵੀ ਆਪਣੀ ਆਵਾਜ਼ ਬੁਲੰਦ ਕੀਤੀ। ਪੰਜਾਬ ਦੀ ਸਰਕਾਰ ਨੂੰ ਉਦੋਂ ਵੀ ਕਿਹਾ ਕਿ ਇਹ ਜਿਹੜਾ ਰੇਸ ਕੋਰਸ ਬਣਾਉਣਾ ਬੰਦ ਕੀਤਾ ਜਾਵੇ। ਇਹ ਜੰਗਲ ਜਿਹੜਾ ਹਰਾ ਭਰਾ ਵਾ, ਇੱਥੇ ਪਸ਼ੂ ਪੰਛੀ ਜੀਵ ਜੰਤੂ ਰਹਿੰਦੇ ਆ, ਇਹਨਾਂ ਜੀਵ ਜੰਤੂਆਂ ਦਾ ਉਜਾੜਾ ਨਾ ਕੀਤਾ ਜਾਵੇ ਤੇ ਲੋਕਾਂ ਦਾ ਉਜਾੜਾ ਨਾ ਕੀਤਾ ਜਾਵੇ। ਉਸ ਸਮੇਂ ਵੀ ਕਿਹਾ, ਅੱਜ ਵੀ ਇਹ ਬੇਨਤੀ ਕਰਨੀ ਚਾਹੁੰਦੇ ਆ ਕੈਪਟਨ ਸਾਹਿਬ ਦੀ ਸਰਕਾਰ ਨੂੰ, ਇਹ ਧੱਕਾਸ਼ਾਹੀ ਬੰਦ ਕੀਤੀ ਜਾਵੇ। ਲੋਕਾਂ ਦੇ ਮੁੜ ਵਸੇਬੇ, ਜੇ ਸਰਕਾਰ ਨੂੰ ਜ਼ਮੀਨ ਚਾਹੀਦੀ ਲਵੇ, ਇਹਨਾਂ ਦਾ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਜਾਵੇ। ਜੇ ਪ੍ਰਬੰਧ ਨਹੀਂ ਕਰਦੀ ਸਰਕਾਰ, ਬਿਨਾਂ ਕੁਛ ਲਿੱਤੇ ਦਿੱਤੇ ਸਰਕਾਰ ਲੋਕਾਂ ਨੂੰ ਧੱਕਾ ਕਰੂਗੀ। ਅਸੀਂ ਡਟ ਕੇ ਆਉਣ ਵਾਲੇ ਦਿਨਾਂ 'ਚ, ਥੋੜ੍ਹੇ ਦਿਨਾਂ ਦੇ ਵਿੱਚ ਹੀ, ਰੀਸੈਂਟਲੀ ਅਸੀਂ ਸਾਰੇ ਲੋਕਾਂ ਦੇ, ਇਨਸਾਫ ਪਸੰਦ ਲੋਕਾਂ ਦੀ ਕਚਹਿਰੀ ਵਿੱਚ ਜਾਵਾਂਗੇ। ਲੋਕਾਂ ਨੂੰ ਬੇਨਤੀ ਕਰਾਂਗੇ ਕਿ ਆਓ ਭਾਈ ਇਸ ਧੱਕੇ ਦੇ ਖਿਲਾਫ ਖੜੀਏ। ਲੋਕ ਪਹਿਲਾਂ ਵੀ ਸਾਨੂੰ ਆਪਣੇ ਇਲਾਕੇ ਉੱਤੇ ਮਾਣ ਆ, ਪਹਿਲਾਂ ਵੀ ਧੱਕੇਸ਼ਾਹੀ ਦੇ ਖਿਲਾਫ ਡਟ ਕੇ ਖੜਦੇ ਆ, ਹੁਣ ਵੀ ਖੜਨਗੇ। ਲੋਕਾਂ ਨੂੰ ਬੇਨਤੀ ਕਰਾਂਗੇ, ਵੱਡੀ ਮੀਟਿੰਗ ਜਿਹੜੀ ਇੱਕ ਲਾਜ਼ਮੀ ਤੌਰ ਤੇ ਕਰਾਂਗੇ ਜਿਹੜੀ ਇਸ ਧੱਕੇ ਦੇ ਖਿਲਾਫ ਲੜੇਗੀ। ਤੇ ਸਰ, ਜਿਵੇਂ ਕਿ ਤੁਸੀਂ ਸੜਕਾਂ ਦੇ ਉਤਰੋਗੇ ਜਾਂ ਫਿਰ ਕਿਸੇ ਹਾਈ ਕੋਰਟ ਦਾ ਜਾਂ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਓਗੇ? ਫਿਲਹਾਲ ਤਾਂ ਲੋਕਾਂ ਦਾ ਜਿਹੜੀ ਵੱਡੀ ਮੀਟਿੰਗ ਬੁਲਾ ਕੇ ਇਲਾਕੇ ਦੇ ਇਨਸਾਫ ਪਸੰਦ ਲੋਕਾਂ ਨਾਲ, ਸੂਝਵਾਨ ਲੋਕਾਂ ਨਾਲ, ਸਾਰੇ ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਬੰਦਿਆਂ ਨਾਲ ਬੈਠ ਕੇ, ਪੰਚਾਂ ਸਰਪੰਚਾਂ ਨਾਲ, ਮੋਹਤਵਰ ਬੰਦਿਆਂ ਨਾਲ ਬੈਠ ਕੇ ਸਲਾਹ ਕਰਾਂਗੇ। ਜਿਹੜੀ ਵੀ ਰਣਨੀਤੀ ਤੈਅ ਹੋਊਗੀ ਉਹਦੇ ਮੁਤਾਬਕ ਅਸੀਂ ਚੱਲਾਂਗੇ। ਪਰ ਸਰ, ਦਸਤਾਵੇਜ਼ ਤਾਂ ਸਾਈਨ ਕਰ ਦਿੱਤੇ ਗਏ ਨੇ, ਮਤਾ ਤਾਂ ਪਾਸ ਹੋ ਗਿਆ ਹੈਗਾ। ਇਹ ਠੀਕ ਆ, ਜਿਵੇਂ ਤੁਹਾਨੂੰ ਦੱਸਿਆ ਜਾਂ ਸਰਪੰਚ ਸਾਹਿਬ ਨੇ ਵੀ ਦੱਸਿਆ ਕਿ ਮਤਾ, ਅਸੀਂ ਅਨਪੜ੍ਹ ਹੋਣ ਦੇ ਨਾਤੇ ਜਦੋਂ ਅਫਸਰ ਕਹਿਣ ਹਲੇ ਸਾਡੇ ਲੋਕਾਂ 'ਚ ਇੰਨੀ ਜ਼ਰੂਰਤ ਨਹੀਂ, ਆਜ਼ਾਦੀ ਆਉਣ ਤੋਂ ਬਾਅਦ ਵੀ ਹਲੇ ਅਸੀਂ ਆਜ਼ਾਦ ਨਹੀਂ, ਅਸੀਂ ਹਲੇ ਵੀ ਗੁਲਾਮ ਆ। ਜਿਵੇਂ ਸਾਨੂੰ ਕਿਸੇ ਅਧਿਕਾਰੀ ਨੇ ਕਹਿਤਾ, ਸਰਪੰਚ ਨੂੰ ਕਹਿਆ, ਸਰਪੰਚ ਸਾਹਿਬ ਇੱਥੇ ਦਸਤਖਤ ਕਰ ਦਿਓ, ਸਰਪੰਚ ਬਿਨਾਂ ਪੜ੍ਹਨ ਨੂੰ ਕੀ ਆ ਯਾਰ, ਅਸੀਂ ਇਹਦਾ ਗਲਤ ਲਿਖਤਾ। ਇਹ ਆਮ ਤੌਰ ਤੇ ਗੱਲਾਂ ਵਾਪਰਦੀਆਂ ਨੇ, ਅਸੀਂ ਉਵੇਂ ਸਾਈਨ ਕਰ ਦਿੰਦੇ ਆ। ਸਰਪੰਚ ਸਾਹਿਬ ਸਾਡੇ ਅਨਪੜ੍ਹ ਨੇ, ਦਸਤਖਤ ਕਰਦੇ ਆ, ਦਸਤਖਤ ਉਹਨਾਂ ਨੇ ਕਰ ਦਿੱਤੇ, ਉਹਨਾਂ ਨੂੰ ਕਿਹਾ ਵੀ ਦਸਤਖਤ ਕਰ ਦਿਓ, ਕੋਈ ਗੱਲ ਨਹੀਂ, ਅਸੀਂ ਤੁਹਾਡੇ ਕੋਲ 200 ਏਕੜ ਦੇ ਦਸਤਖਤ ਕਰਾਉਣੇ ਆ, ਇੱਥੇ ਅਸੀਂ ਮਤਲਬ ਜਿਹੜੀ ਉਹ ਨਰਸਰੀ ਲਾਉਣੀ ਆ, ਉਹਦੇ ਲਈ ਸਾਨੂੰ ਇਹ ਜ਼ਮੀਨ ਚਾਹੀਦੀ ਆ। ਇਹਨਾਂ ਨੇ ਸਾਈਨ ਕਰ ਦਿੱਤੇ ਉੱਥੇ। ਇਹ ਜੇ ਧੋਖੇ ਨਾਲ ਕੋਈ ਸਾਈਨ ਕਰਾ ਲਵੇ ਕੀ ਕਿਹਾ ਜਾ ਸਕਦਾ? ਜੇ ਸਰਕਾਰਾਂ ਹੀ ਲੋਕਾਂ ਨਾਲ ਧੋਖੇ ਕਰਦੇ, ਆਮ ਲੋਕਾਂ ਧੋਖੇ ਧੜੀਆਂ ਕਰਨ ਵਾਲਿਆਂ ਨਾਲ ਕੀ ਕੀਤਾ ਜਾ ਸਕਦਾ? ਤੇ ਤੁਸੀਂ ਮੰਨਦੇ ਹੋ ਕਿ ਸਰਕਾਰਾਂ ਜਿਹੜੀਆਂ ਧੋਖੇਬਾਜ਼ ਨੇ? ਬਿਲਕੁਲ ਧੋਖੇਬਾਜ਼ੀਆਂ ਸਰਕਾਰਾਂ ਤਾਂ ਦੇਖਦੀਆਂ, ਜੁਮਲੇਬਾਜ਼ੀ ਕਰਦੀਆਂ ਨੇ। ਕੇਂਦਰ ਦੀ ਸਰਕਾਰ ਵੀ ਜੁਮਲੇਬਾਜ਼ੀ ਕਰਦੀ ਆ, ਪੰਜਾਬ ਦੀ ਸਰਕਾਰ ਵੀ ਜੁਮਲੇਬਾਜ਼ੀ ਕਰਦੀ ਆ। ਜੁਮਲੇਬਾਜ਼ੀ ਕਰਕੇ ਹੀ 200 ਏਕੜ ਦਾ ਕਹਿ ਕੇ 400 ਏਕੜ ਦੇ ਸਾਈਨ ਕਰਵਾ ਲਏ। ਇਹ ਜੁਮਲੇਬਾਜ਼ੀ ਆ, ਧੋਖਾ ਹੀ ਆ ਲੋਕਾਂ ਨਾਲ। ਇਹ ਤੋਂ ਬਾਰੇ ਹੋਰ ਕੀ ਕਿਹਾ ਜਾ ਸਕਦਾ? ਕੀ ਸਰਕਾਰ ਤੋਂ ਕੀ ਮੰਗ ਕਰਦੇ ਹੋ? ਅਸੀਂ ਮੰਗ ਕਰਦੇ ਹਾਂ, ਪਹਿਲਾਂ ਵੀ ਕਿਹਾ, ਮੰਗ ਕਰਦੇ ਹਾਂ ਕਿ ਜੇ ਸਰਕਾਰ ਨੂੰ ਜ਼ਮੀਨ ਚਾਹੀਦੀ ਆ, ਫਿਰ ਸਰਕਾਰ ਇਹਨਾਂ ਲੋਕਾਂ ਦਾ, ਜਿਹੜੇ 70-80 ਘਰ ਨੇ, ਦਲਿਤ ਪਰਿਵਾਰ ਨੇ, ਇਹਨਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰੇ। ਜੇ ਸਰਕਾਰ ਨੂੰ, ਅਬਲਾ ਤਾਂ ਸਾਡੀ ਬੇਨਤੀ ਇਹ ਆ ਕਿ ਸਰਕਾਰ ਇਸ ਜ਼ਮੀਨ ਨੂੰ ਅਕਵਾਇਰ ਨਾ ਕਰੇ। ਜੇ ਸਰਕਾਰ ਨੂੰ ਕਿਤੇ ਹੋਰ ਜ਼ਮੀਨ ਚਾਹੀਦੀ ਆ, ਸਰਕਾਰ ਕੋਲ ਪੈਸੇ ਦਾ ਘਾਟਾ, ਖਜ਼ਾਨਾ ਖਾਲੀ ਥੋੜੀ ਆ, ਖਜ਼ਾਨਾ ਭਰਿਆ ਪਿਆ। ਅਸੀਂ ਹਰ ਰੋਜ਼ 35 ਰੁਪਏ ਟੈਕਸ, ਹਰ ਬੰਦਾ 35 ਰੁਪਏ ਟੈਕਸ ਦਿੰਦਾ ਵਾ। ਸਵੇਰੇ ਉੱਠ ਕੇ ਬੁਰਸ਼ ਕਰਨ ਤੋਂ ਲੈ ਕੇ, ਚਾਹ ਪੀਣ ਤੋਂ ਸ਼ੁਰੂ ਕਰਕੇ, ਰੋਟੀ ਖਾਣ ਤੱਕ, ਸ਼ਾਮ ਨੂੰ ਪੱਖਾ ਚੱਲਦਾ, ਉਹਦਾ ਵੀ ਅਸੀਂ, ਹਰ ਬੰਦਾ 35 ਰੁਪਏ ਟੈਕਸ ਦਿੰਦਾ। ਇਸ ਕਰਕੇ ਅਸੀਂ ਟੈਕਸ, ਖਜ਼ਾਨਾ ਭਰਨ ਦੀ ਕਸਰ ਬਾਕੀ ਨਹੀਂ ਛੱਡਦੇ। ਖਜ਼ਾਨਾ ਤਾਂ ਇਹੀ ਖਾਲੀ ਕਰੀ ਜਾਂਦੇ ਨੇ। ਹੁਣ ਸਰਕਾਰ ਖਜ਼ਾਨਾ ਖਰਚ ਕੇ, ਪੈਸੇ ਖਰਚ ਕੇ ਜ਼ਮੀਨ ਜਿੱਥੇ ਮਰਜ਼ੀ ਲੈ ਸਕਦੀ ਆ। ਇਹ ਗਰੀਬਾਂ ਨੂੰ ਜ਼ਰੂਰੀ ਲੜਨਾ। ਸਰਕਾਰ ਦਾ ਕੰਮ ਲੋਕਾਂ ਨੂੰ ਵਸਾਉਣਾ, ਨਾ ਕਿ ਜੜਨਾ। ਜਿਵੇਂ ਕਿ ਅਸੀਂ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ, ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਦੇ ਵੱਲੋਂ ਜਿਹੜਾ ਹੈਗਾ ਇਹ ਜ਼ਮੀਨ ਧੋਖੇ ਦੇ ਨਾਲ ਅਕਵਾਇਰ ਕੀਤੀ ਗਈ ਹੈ। ਪਹਿਲਾਂ ਉਹਨਾਂ ਨੂੰ ਦੱਸਿਆ ਗਿਆ ਸੀ ਸਿਰਫ 200 ਜਿਹੜੇ ਕਿੱਲੇ ਹੈਗੇ ਇਸ ਪਿੰਡ ਦੇ, ਜਿਹੜਾ ਇੰਡਸਟਰੀਅਲ ਪਾਰਕ ਉਸ ਉੱਤੇ ਬਣਾਇਆ ਜਾਏਗਾ, ਪਰ ਜਿਹੜਾ ਬਾਅਦ ਵਿੱਚ ਉਹਨਾਂ ਨੂੰ ਖਬਰ ਮਿਲੀ ਕਿ ਜਿਹੜੀ 407 ਕਿੱਲੇ ਇਸ ਪਿੰਡ ਦੇ ਨੇ, ਉਹ ਜਿਹੜੀ ਜ਼ਮੀਨ ਹੈ ਸਰਕਾਰ ਦੇ ਵੱਲੋਂ ਅਕਵਾਇਰ ਕਰ ਲਈ ਗਈ ਹੈ ਇੰਡਸਟਰੀਅਲ ਪਾਰਕ ਦੇ ਲਈ। ਤੇ ਹੁਣ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਇਸ ਪਿੰਡ ਦੇ ਜਿਹੜੇ 400 ਕਿੱਲੇ ਜਿਹੜੇ ਹੈਗੇ ਅਕਵਾਇਰ ਕਰੇਗੀ ਤਾਂ ਉਹ ਵੱਡਾ ਸੰਘਰਸ਼ ਵੱਢਣਗੇ, ਇੱਥੋਂ ਤੱਕ ਕਿ ਉਹ ਇਸ ਜ਼ਮੀਨ ਨੂੰ ਬਚਾਉਣ ਦੇ ਲਈ ਮਰ ਵੀ ਸਕਦੇ ਨੇ। ਤੇ ਹੁਣ ਤੁਹਾਨੂੰ ਅਸੀਂ ਮੱਤੇਵਾਲਾ ਜੰਗਲ ਦੇ ਵਿੱਚ ਲੈ ਕੇ ਚੱਲਦੇ ਹਾਂ, ਜਿਹੜਾ ਕਿ ਪਹਿਲਾ ਰੌਲਾ ਸੀ ਕਿ ਜਿਹੜਾ ਮੱਤੇਵਾਲਾ ਜਿਹੜਾ ਜੰਗਲ ਹੈ ਉਹ ਅਕਵਾਇਰ ਕੀਤਾ ਜਾ ਰਿਹਾ ਹੈਗਾ ਇੰਡਸਟਰੀਅਲ ਪਾਰਕ ਦੇ, ਨਾ ਕਿ ਇਹ ਸ਼ੇਖੋਵਾਲ ਜਿਹੜਾ ਪਿੰਡ ਹੈ ਇਹਦੀ ਜ਼ਮੀਨ ਜਿਹੜੀ ਅਕਵਾਇਰ ਕੀਤੀ ਗਈ ਹੈ। ਤੇ ਹੁਣ ਅਸੀਂ ਚੱਲਦੇ ਹਾਂ ਮੱਤੇਵਾਲਾ ਜੰਗਲ ਦੇ ਵੱਲ।
ਇਸ ਵਕਤ ਅਸੀਂ ਮੌਜੂਦ ਹਾਂ ਮੱਤੇਵਾੜਾ ਜੰਗਲ ਦੇ ਵਿੱਚ। ਸਾਡੇ ਨਾਲ ਮੌਜੂਦ ਨੇ ਇੱਥੋਂ ਦੇ ਇੱਕ ਵਸਨੀਕ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਇਹ ਜਿਹੜਾ ਮੱਤੇਵਾੜਾ ਸਰਕਾਰ ਵੱਲੋਂ ਜੰਗਲ ਜਿਹੜਾ ਉਜਾੜਿਆ ਜਾ ਰਿਹਾ ਹੈਗਾ, ਮਤਾ ਪਾਸ ਕਰ ਦਿੱਤਾ ਗਿਆ ਕਿ ਇੱਥੇ ਇੱਕ ਇੰਡਸਟਰੀਅਲ ਪਾਰਕ ਬਣਾਇਆ ਜਾਵੇਗਾ, ਕੀ ਕਹਿਣਾ ਤੁਹਾਡਾ ਇਸ ਬਾਰੇ? ਇਹਦੇ ਵਿੱਚ ਇਹ ਕਹਿਣਾ ਚਾਹੀਦਾ ਹੈ ਵੀ ਜੰਗਲ ਹਰਿਆ ਭਰਿਆ ਰਹਿਣਾ ਚਾਹੀਦਾ ਹੈ। ਹਾਂਜੀ, ਤੇ ਹਰਿਆ ਭਰਿਆ ਰਹੂਗਾ ਤੇ ਇੱਥੇ ਸੁੱਖ ਸ਼ਾਂਤੀ ਲੰਘਣ ਵੜਨ ਵਾਸਤੇ ਵੀ ਠੀਕ ਰਹੂਗਾ ਤੇ ਆਉਣ ਜਾਣ ਵਾਸਤੇ ਵੀ ਠੀਕ ਰਹੂਗਾ। ਜੇ ਹੁਣ ਜੰਗਲ ਉਜਾੜ ਦਿੱਤਾ ਜਾਊਗਾ ਤੇ ਇੱਕ ਤਾਂ ਗਰਮੀ ਦਾ ਮੌਸਮ ਹੋ ਜਾਊਗਾ ਇੱਥੇ, ਤੇ ਇੱਕ ਜਾਨਵਰ ਜੋ ਇੱਥੇ ਦਾਣਾ ਚੁਗਦੇ ਆ, ਕੋਈ ਰੋਟੀ ਪਾਣੀ ਪਾਉਂਦਾ ਆ, ਤੇ ਉਹ ਵੀ ਖਤਮ ਹੋ ਜਾਊਗਾ। ਕਾਫੀ ਤੁਸੀਂ ਇੱਥੋਂ ਦੇ ਵਸਨੀਕ ਹੋ, ਕਾਫੀ ਲੰਬਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਇਸ ਇਲਾਕੇ ਦੇ ਵਿੱਚ ਰਹਿੰਦੇ ਆ, ਕਿਉਂਕਿ ਇੱਕ ਇਮੋਸ਼ਨਲ ਜਿਹੜਾ ਬੰਦਾ ਇਮੋਸ਼ਨਲ ਤਰੀਕੇ ਨਾਲ ਵੀ ਇਸ ਜੰਗਲ ਨਾਲ ਜੁੜਿਆ ਹੋਇਆ ਹੈਗਾ। ਅਸੀਂ ਦੇਖ ਰਹੇ ਸੀ ਤੁਸੀਂ ਇੱਥੇ ਜਿਹੜੇ ਜਾਨਵਰਾਂ ਨੂੰ ਹੈਗਾ ਰੋਟੀ ਪਾ ਰਹੇ ਸੀਗੇ, ਤੇ ਜੇਕਰ ਇਸ ਜੰਗਲ ਨੂੰ ਉਜਾੜ ਦਿੱਤਾ ਜਾਂਦਾ ਹੈ ਤੇ ਕੀ ਤੁਹਾਡੀਆਂ ਆਪਣੀਆਂ ਇਮੋਸ਼ਨਲ ਭਾਵਨਾਵਾਂ ਨੇ ਉਸ ਨੂੰ ਕਿੰਨੀ ਕੁ ਠੇਸ ਪਹੁੰਚੇਗੀ? ਕਿਉਂਕਿ ਸਰਕਾਰ ਤਾਂ ਆਪਣਾ ਫਾਇਦਾ ਸੋਚ ਰਹੀ ਹੈ ਇੰਡਸਟਰੀ ਲਗਾ ਕੇ। ਇਹ ਸਾਨੂੰ ਬਹੁਤ ਠੇਸ ਪਹੁੰਚੂਗੀ ਜੇ ਇਹ ਉਜਾੜ ਦਿੱਤਾ ਜਾਊਗਾ ਤਾਂ। ਕਿਉਂ ਜਾਨਵਰ ਜੋ ਆਉਂਦੇ ਆ, ਅਸੀਂ ਰੋਟੀ ਪਾਣੀ ਪਾਉਂਦੇ ਆ ਉਹਨਾਂ ਨੂੰ ਜੰਗਲ ਦੇ ਵਿੱਚ, ਪਰ ਉਹ ਫਿਰ ਸਾਰਾ ਖਤਮ ਹੋ ਜਾਊਗਾ ਇੱਥੋਂ। ਫਿਰ ਸਾਰਾ ਜੀ ਇੰਡਸਟਰੀ ਖਤਮ ਹੋ ਜਾਊਗਾ, ਸਾਰਾ ਏਰੀਆ ਹੀ ਖਤਮ ਹੋ ਜਾਊਗਾ। ਇਹ ਜੰਗਲੇ ਸਾਰਾ ਖਤਮ ਹੋ ਗਿਆ ਤੇ ਫਿਰ ਇੱਥੇ ਕੀ ਰਹਿ ਗਿਆ? ਫਿਰ ਤਾਂ ਸੋਕੜਾ ਪੈ ਗਿਆ, ਸੁੱਕਾ ਰਹਿ ਗਿਆ। ਹਾਂਜੀ, ਤੇ ਇੱਥੇ ਅਸੀਂ ਦੇਖ ਰਹੇ ਸੀ ਇੱਕ ਪਿੱਛੇ ਇੱਕ ਬਹੁਤ ਸੋਹਣੀ ਵਧੀਆ ਪਾਰਕ ਜੀ ਬਣਾਈ ਗਈ ਹੈਗੀ ਆ, ਕਿਸੇ ਬਾਹਰਲੀ ਕੰਟਰੀ ਦੇ ਪਾਰਕ ਨਾਲ ਘੱਟ ਨਹੀਂ ਹੈਗੀ ਆ, ਤੇ ਉਹ ਵੀ ਉਸੇ ਇਲਾਕੇ ਦੇ ਵਿੱਚ ਆ ਰਹੀ ਹੈ, ਉਜਾੜੀ ਜਾ ਰਹੀ ਹੈ ਇੱਥੋਂ ਦੇ ਵਸਨੀਕਾਂ ਨੂੰ, ਕਿਉਂਕਿ ਇੰਡਸਟਰੀ ਲਗਾਈ ਜਾ ਰਹੀ ਹੈ। ਇਹ ਤਾਂ ਕਲੀਅਰ ਹੈਗਾ ਕਿ ਬਿਮਾਰੀਆਂ ਦਾ ਘਰ ਲੱਗੇਗਾ ਇੱਥੇ, ਤੇ ਕੀ ਕਹਿਣਾ ਇਸ ਬਾਰੇ? ਇਸ ਬਾਰੇ ਇਹੀ ਆ ਵੀ ਜੇ ਪੇੜ ਪੌਦੇ ਸਾਰੇ ਕੱਟੇ ਵੱਢੇ ਜਾਣਗੇ ਤੇ ਫਿਰ ਉਹ ਬਿਮਾਰੀ ਦਾ ਘਰ ਹੋ ਜਾਣਾ ਉੱਥੇ। ਕਿਉਂ ਪ੍ਰਦੂਸ਼ਣ ਸਾਰਾ ਖਤਮ ਹੋ ਜਾਣਾ, ਪ੍ਰਦੂਸ਼ਣ ਖਤਮ ਨਹੀਂ ਹੋਣਾ, ਤੇ ਉਹ ਪੇੜ ਪੌਦੇ ਪ੍ਰਦੂਸ਼ਣ ਹੀ ਖਤਮ ਕਰਦੇ ਆ, ਤੇ ਉਹਦੀ ਵਜ੍ਹਾ ਦੇ ਨਾਲ ਫਿਰ ਸਾਰੀਆਂ ਬਿਮਾਰੀਆਂ ਸ਼ੁਰੂ ਹੋ ਜਾਣਗੀਆਂ ਇੱਥੇ। ਇਸ ਵਕਤ ਅਸੀਂ ਮੌਜੂਦ ਹਾਂ ਮੱਤੇਵਾੜਾ ਜੰਗਲ ਦੇ ਵਿੱਚ। ਲੁਧਿਆਣਾ ਦਾ ਇਹ ਸਪੌਟ ਹੈ, ਪਿਕਨਿਕ ਸਪੌਟ ਮੰਨਿਆ ਜਾਂਦਾ ਸੀ, ਬਹੁਤ ਵਧੀਆ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਜਿਹੜੀ ਗ੍ਰੀਨਰੀ ਹੈ ਇਸ ਪਾਰਕ ਦੀ, ਬਹੁਤ ਵਧੀਆ ਹੈਗੀ ਆ। ਕਰੋਨਾ ਦੇ ਟਾਈਮ ਤੋਂ ਪਹਿਲਾਂ ਇਸ ਜੰਗਲ ਦੇ ਵਿੱਚ ਜਿਹੜਾ ਹੈਗਾ ਲੋਕ ਪਿਕਨਿਕ ਮਨਾਉਣ ਦੇ ਵਜੋਂ ਜਿਹੜਾ ਇੱਥੇ ਆਉਂਦੇ ਸੀ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ, ਬਹੁਤ ਹੀ ਜ਼ਿਆਦਾ ਜਿਹੜੀ ਇਹ ਵਧੀਆ ਸਪੇਸ ਹੈਗੀ ਆ ਪਿਕਨਿਕ ਦੇ ਲਈ। ਦੂਰੋਂ NRI ਲੋਕ ਜਿਹੜੇ ਹੈਗੇ ਆ ਇੱਥੇ ਆਉਂਦੇ ਸੀ, ਪਰ ਜਿਹੜਾ ਹੁਣ ਸਰਕਾਰ ਦੇ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਹੈ ਇਸ ਮੱਤੇਵਾੜੇ ਜੰਗਲ ਨੂੰ ਜਿਹੜਾ ਉਜਾੜਨ ਦਾ, ਪੰਚਾਇਤਾਂ ਦੇ ਵੱਲੋਂ ਜਿਹੜੀ ਨਾਲ ਦੇ ਲੱਗਦੇ ਪਿੰਡ ਸੀ, ਪੰਚਾਇਤਾਂ ਦੇ ਵੱਲੋਂ ਮਤਾ ਪਾਸ ਕਰ ਦਿੱਤਾ ਗਿਆ। ਉਹਨਾਂ ਤੋਂ ਵੱਲੋਂ ਸਾਈਨ ਕਰਵਾ ਲਏ ਗਏ ਨੇ ਕਿ ਇਹ ਜਿਹੜੀ ਜ਼ਮੀਨ ਹੈ ਹੁਣ ਸਰਕਾਰ ਵੱਲੋਂ ਇੱਥੇ ਇੰਡਸਟਰੀਅਲ ਪਾਰਕ ਜਿਹੜਾ ਹੈਗਾ ਬਣਾਇਆ ਜਾਵੇਗਾ। ਤੇ ਲੋਕਾਂ ਦੇ ਵਿੱਚ ਕਾਫੀ ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਸਾਈਨ ਤਾਂ ਹੁਣ ਮਤਾ ਤਾਂ ਜਿਹੜਾ ਹੈਗਾ ਪਾਸ ਕਰ ਦਿੱਤਾ ਗਿਆ ਹੈ। ਕੈਬਨਿਟ ਦੇ ਵਿੱਚ ਵੀ ਇਹ ਜਿਹੜਾ ਮਤਾ ਹੁਣ ਜਿਹੜਾ ਹੈਗਾ ਪਾਸ ਕਰ ਦਿੱਤਾ ਗਿਆ ਕਿ ਜਿਹੜਾ ਇਸ ਜਗ੍ਹਾ ਦੇ ਉੱਤੇ ਹੈਗਾ ਇੱਕ ਇੰਡਸਟਰੀਅਲ ਪਾਰਕ ਬਣਾਇਆ ਜਾਵੇਗਾ। ਸਰਕਾਰ ਆਪਣੇ ਲਈ ਜਿਹੜੀ ਇਹ ਜ਼ਮੀਨ ਜਿਹੜੀ ਹੈਗੀ ਇੰਡਸਟਰੀ ਪਾਰਕ ਦੇ ਲਈ ਯੂਜ਼ ਕਰੇਗੀ, ਪਰ ਜਿਹੜਾ ਲੋਕਾਂ ਦੇ ਉੱਤੇ ਸੋਸ਼ਲ ਮੀਡੀਆ ਤੇ ਇੱਕ ਬਹੁਤ ਲਹਿਰ ਜਿਹੜੀ ਵਿੱਢੀ ਗਈ ਹੈ। ਲੱਖਾ ਸਿਧਾਣਾ ਵੀ ਕੱਲ ਇੱਥੇ ਮੌਜੂਦ ਸੀ। ਇਹ ਸਤਵਿੰਦਰ ਬਿੱਟੀ ਤੋਂ ਸਵਾਲਾਤ ਕੀਤੇ ਗਏ ਕਿ ਇਹ ਜਿਹੜਾ ਜੰਗਲ ਹੈਗਾ ਉਜਾੜਨ ਨਹੀਂ ਦਿੱਤਾ ਜਾਵੇਗਾ, ਕਿਉਂਕਿ ਇਹ ਲੋਕਾਂ ਦੀ ਜ਼ਮੀਨ ਹੈ, ਤੇ ਕਿਉਂਕਿ ਪਿੰਡਾਂ ਦੇ ਵਿੱਚ ਇੱਕ ਇੰਡਸਟਰੀਅਲ ਪਾਰਕ ਬਣਾਉਣਾ ਪਿੰਡਾਂ ਦੇ ਲੋਕਾਂ ਲਈ ਹਾਨੀਕਾਰਕ ਹੋ ਸਕਦਾ ਹੈ। ਸੋਸ਼ਲ ਮੀਡੀਆ ਦੇ ਉੱਤੇ ਇੱਕ ਸੰਘਰਸ਼ ਵਿੱਢਿਆ ਜਾ ਰਿਹਾ ਕਿ ਇਹ ਜਿਹੜਾ ਪਾਰਕ ਹੈ ਇਸ ਨੂੰ ਉਜਾੜਨ ਨਹੀਂ ਦਿੱਤਾ ਜਾਵੇਗਾ। ਪਰ ਹੁਣ ਦੇਖਣਾ ਇਹ ਹੋਵੇਗਾ, ਕਿਉਂਕਿ ਪਿੰਡਾਂ ਦੀ ਜਿਹੜੇ ਪੰਚਾਇਤਾਂ ਨੇ ਉਹਨਾਂ ਦੇ ਵੱਲੋਂ ਜਿਹੜਾ ਸਾਈਨ ਕਰ ਦਿੱਤੇ ਗਏ ਮਤੇ ਦੇ ਉੱਤੇ ਕਿ ਜਿਹੜੀ ਇਹ ਜ਼ਮੀਨ ਹੈ ਸਰਕਾਰ ਨੂੰ ਦੇ ਦਿੱਤੀ ਗਈ ਹੈ। ਪਰ ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜੀ ਇਹ ਜ਼ਮੀਨ ਹੈ ਸਰਕਾਰ, ਕਿਉਂਕਿ ਲੋਕ ਕਹਿ ਰਹੇ ਨੇ ਅਸੀਂ ਸੰਘਰਸ਼ ਵਿੱਢਾਂਗੇ ਜੇਕਰ ਇਹ ਮੱਤੇਵਾੜਾ ਜੰਗਲ ਜੇ ਉਜਾੜਿਆ ਜਾਂਦਾ ਹੈ, ਤੇ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਜਿਹੜੀ ਜ਼ਮੀਨ ਹੈ ਇਸ ਦਾ ਕੀ ਰਿਜ਼ਲਟ ਨਿਕਲਦਾ ਹੈ। ਸਰਕਾਰ ਜਿਹੜੀ ਹੈ ਇਸ ਨੂੰ ਇੰਡਸਟਰੀਅਲ ਪਾਰਕ ਦੇ ਵਿੱਚ ਤਬਦੀਲ ਕਰ ਪਾਉਂਦੀ ਹੈ, ਜਾਂ ਫਿਰ ਜਿਹੜਾ ਲੋਕਾਂ ਦਾ ਕਹਿਣਾ ਹੈ ਕਿ ਸੰਘਰਸ਼ ਉਹ ਵਿੱਢਣਗੇ, ਉਹ ਆਪਣੀ ਗੱਲ ਦੇ ਉੱਤੇ ਪੂਰੇ ਉਤਰਨਗੇ। ਇਹ ਸੀ ਉਹ ਮੱਤੇਵਾੜਾ ਜੰਗਲ ਜਿਸ ਦਾ ਰੌਲਾ ਪਾਇਆ ਜਾ ਰਿਹਾ ਹੈ ਕਿ ਜਿਹੜਾ ਇਸ ਜੰਗਲ ਦੀ ਜ਼ਮੀਨ ਹੈ ਇੰਡਸਟਰੀਅਲ ਪਾਰਕ ਦੇ ਲਈ ਅਕਵਾਇਰ ਕੀਤੀ ਗਈ ਹੈ। ਪਰ ਜਦ ਕਿ ਜਿਹੜਾ ਸ਼ੇਖੋਵਾਲ ਪਿੰਡ ਹੈ ਉਸ
ਪਿੰਡ ਦੀ ਜਿਹੜੀ ਜ਼ਮੀਨ ਹੈ ਇੰਡਸਟਰੀਅਲ ਪਾਰਕ ਦੇ ਲਈ ਅਕਵਾਇਰ ਕੀਤੀ ਗਈ ਹੈ। ਕੈਮਰਾਮੈਨ ਅਮਿਤ ਖੰਨਾ ਦੇ ਨਾਲ ਮੈਂ ਸਰਬਜੀਤ ਕੌਰ, ਰੰਗਲਾ ਟੀਵੀ।